मॉर्निंग बच्चों, किद्दां हो तुसी सारे। अच्छा, तुसी सारिਆਂ ने मैथ ਦਾ ਅਭਿਆਸ 1.3 ਤੱਕ ਕਰ ਲਿਆ ਹੈ, ਜਿਹਦੇ ਵਿੱਚ ਤੁਸੀਂ ਪ੍ਰਮੇय ਸੰਖਿਆਵਾਂ ਅਤੇ ਅਪ੍ਰਮੇय ਸੰਖਿਆ ਬਾਰੇ ਜਾਣਿਆ ਹੈ। ਪਰ ਫਿਰ ਵੀ ਆਪਾਂ ਅੱਜ ਤੁਹਾਨੂੰ ਇੱਕ ਵਾਰ ਫਿਰ ਦੱਸਾਂਗੇ ਪ੍ਰਮੇय ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ P/Q ਦੀ ਫਾਰਮ ਦੇ ਵਿੱਚ ਲਿਖ ਸਕੀਏ। ਭਾਵ 1/3 3/7 ਕੱਲਾ 3 ਜਿਹੜਾ ਇਹਨੂੰ ਵੀ ਅਸੀਂ 3/1 ਪਾ ਕੇ ਲਿਖ ਸਕਦੇ ਹਾਂ। ਇਸ ਲਈ ਇਹ ਵੀ ਪ੍ਰਮੇय ਸੰਖਿਆ ਦੇ ਵਿੱਚ ਗਿਣਿਆ ਜਾ ਸਕਦਾ ਹੈ। ਅਪ੍ਰਮੇय ਸੰਖਿਆਵਾਂ ਉਹ ਨੇ ਜਿਨ੍ਹਾਂ ਨੂੰ ਅਸੀਂ P/Q ਦੀ ਫਾਰਮ ਦੇ ਵਿੱਚ ਨਾ ਲਿਖ ਸਕੀਏ, ਜਾਂ ਆਪਾਂ ਮੋਟੇ ਤੌਰ 'ਤੇ ਇਹ ਕਹਿ ਲਈਏ ਜਿਹੜੀਆਂ ਵਰਗਮੂਲ ਵਾਲੀਆਂ ਸੰਖਿਆਵਾਂ ਨੇ ਇਹ ਕੀ ਨੇ, ਅਪ੍ਰਮੇय ਸੰਖਿਆਵਾਂ ਨੇ। ਜਦੋਂ ਤੁਸੀਂ ਅਪ੍ਰਮੇय ਸੰਖਿਆਵਾਂ ਮੰਨ ਲਓ ਉਹਨਾਂ ਨੂੰ ਭਾਗ ਕਰਦੇ ਹੋ, ਜਿਵੇਂ ਆਹ ਵਾਲੀ ਚੀਜ਼ ਆ, ਇਹਨੂੰ ਭਾਗ ਕਰੋਗੇ, ਇਹਨਾਂ ਦਾ ਆਨਸਰ ਕਦੇ ਵੀ ਖਤਮ ਨਹੀਂ ਹੋਏਗਾ। ਵਾਰ-ਵਾਰ ਭਾਗ ਕਰਨ 'ਤੇ ਵੀ ਇਹ ਹੱਲ ਨਹੀਂ ਹੋਏਗਾ। ਅਜਿਹੀਆਂ ਸੰਖਿਆਵਾਂ ਨੂੰ ਆਪਾਂ ਅਪ੍ਰਮੇय ਸੰਖਿਆਵਾਂ ਕਹਿੰਦੇ ਹਾਂ। ਆਓ ਹੁਣ ਆਪਾਂ ਸ਼ੁਰੂ ਕਰਦੇ ਹਾਂ ਅਭਿਆਸ 1.5। ਇਹਦਾ ਪਹਿਲਾ ਸਵਾਲ ਆ, ਹੇਠ ਲਿਖਿਆਂ ਵਿੱਚੋਂ ਪ੍ਰਮੇय ਅਤੇ ਅਪ੍ਰਮੇय ਸੰਖਿਆਵਾਂ ਪਤਾ ਕਰੋ। ਤੁਹਾਨੂੰ ਦਿੱਤਾ ਆ 2 - ਵਰਗਮੂਲ 5। ਹੁਣ ਇਹਦੇ ਵਿੱਚ ਵਰਗਮੂਲ 5 ਆ ਗਿਆ ਤਾਂ ਤੁਸੀਂ ਇੱਥੇ ਕੀ ਲਿਖ ਦੇਣਾ ਕਿ ਇਹ ਕੀ ਆ, ਅਪ੍ਰਮੇय ਸੰਖਿਆ ਹੈ। ਅੱਛਾ, ਹੁਣ ਆਪਾਂ ਦੂਸਰੇ ਸਵਾਲ ਦੀ ਗੱਲ ਕਰਦੇ ਹਾਂ। ਦੂਸਰੇ ਸਵਾਲ ਦੇ ਵਿੱਚ ਤੁਸੀਂ ਫਟਾਫਟ ਵੇਖਦਿਆਂ ਸਾਰੇ ਇਹ ਕਹਿ ਦੇਣਾ ਕਿ ਮੈਡਮ ਇਹ ਕੀ ਆ, ਅਪ੍ਰਮੇय ਆ। ਪਰ ਧਿਆਨ ਨਾਲ ਵੇਖੋ, ਇਹਦੇ ਵਿੱਚ ਵਰਗਮੂਲ 23 ਦੋ ਵਾਰ ਹੈ। ਇੱਕ ਦੇ ਅੱਗੇ ਪਲੱਸ ਦਾ ਨਿਸ਼ਾਨ ਆ ਅਤੇ ਇੱਕ ਦੇ ਅੱਗੇ ਮਾਈਨਸ ਦਾ ਨਿਸ਼ਾਨ ਆ। ਦੋਨਾਂ ਨੇ ਇੱਕ ਦੂਜੇ ਦੇ ਨਾਲ ਕੱਟਿਆ ਜਾਣਾ ਆ। ਇਸ ਲਈ ਆਨਸਰ ਕੀ ਆ ਗਿਆ, 3। ਅਤੇ 3 ਕੀ ਆ, ਪ੍ਰਮੇय ਸੰਖਿਆ ਹੈ, ਕਿਉਂਕਿ 3 ਨੂੰ ਤੁਸੀਂ 3/1 ਲਿਖ ਸਕਦੇ ਹੋ। ਹੁਣ ਆਪਾਂ ਤੀਸਰੇ ਸਵਾਲ ਦੀ ਗੱਲ ਕਰਦੇ ਹਾਂ। ਇਸ ਵਿੱਚ ਵੀ ਵਰਗਮੂਲ 7 ਹੈ, ਅਤੇ ਪਰ ਧਿਆਨ ਨਾਲ ਵੇਖੋ ਨੀਚੇ ਵੀ ਵਰਗਮੂਲ 7 ਹੈ। ਵਰਗਮੂਲ 7 ਇੱਕ ਦੂਜੇ ਨਾਲ ਕੱਟਿਆ ਜਾਏਗਾ ਅਤੇ ਆਨਸਰ ਤੁਹਾਡਾ ਕੀ ਆ ਜਾਏਗਾ, 2/7। ਅਤੇ ਇਹ 2/7 ਤੁਹਾਡੀ ਕੀ ਹੋ ਗਈ ਆ, ਪ੍ਰਮੇय ਸੰਖਿਆ ਹੈ। ਹੁਣ ਅਗਲਾ ਸਵਾਲ ਦੇਖੋ, 1/2। ਇਹ ਹੁਣ ਤੁਹਾਨੂੰ ਪਤਾ ਹੀ ਆ ਕਿ ਇਹਦੇ 'ਚ ਵਰਗਮੂਲ 2 ਆ। ਇਹ ਕੀ ਆ, ਅਪ੍ਰਮੇय ਸੰਖਿਆ। ਅੱਛਾ, ਬਾਕੀ ਜਿਹੜੇ ਇਹਦੇ ਨਾਲ ਦੇ ਸਵਾਲ ਆ ਤੁਸੀਂ ਖੁਦ ਕਰਨੇ ਆ। ਹੁਣ ਆਪਾਂ ਦੂਸਰੇ ਪਾਰਟ 'ਤੇ ਆ ਜਾਂਦੇ ਹਾਂ, ਜਿੱਥੇ ਲਿਖਿਆ ਹੈ ਹੇਠ ਲਿਖਿਆਂ ਨੂੰ ਹੱਲ ਕਰੋ। ਤੁਸੀਂ 8ਵੀਂ ਦੇ ਵਿੱਚ ਗੁਣਾ ਕਰਨੀ ਸਿੱਖ ਲਈ ਸੀ। ਹੁਣ ਆਪਾਂ ਕੀ ਕੀਤਾ, ਪਹਿਲੇ ਅੱਖਰ ਦੇ ਨਾਲ ਦੂਸਰੀ ਬ੍ਰੈਕਟ ਨੂੰ ਗੁਣਾ ਕਰਨੀ ਆ। ਫਿਰ ਪਲੱਸ ਦਾ ਨਿਸ਼ਾਨ ਆ, ਕਿਉਂਕਿ ਇੱਥੇ ਕੀ ਆਪਣੇ ਕੋਲ ਪਲੱਸ ਦਾ ਨਿਸ਼ਾਨ ਆ, ਉਹ ਪਾ ਕੇ ਵਰਗਮੂਲ 3 ਦੇ ਨਾਲ ਗੁਣਾ ਕਰਨੀ ਆ। 3 ਦੂਣੀ 6 ਹੋ ਗਿਆ। 3 ਅਤੇ ਵਰਗਮੂਲ 2 ਦੋਨੋਂ ਆਪਸ 'ਚ ਗੁਣਾ ਨਹੀਂ ਹੋ ਸਕਦੇ ਆ, ਇਸ ਲਈ ਆਪਾਂ ਕੀ ਲਿਖ ਲੈਣਾ ਇਹਨਾਂ ਨੂੰ, 3/2। ਇਸੇ ਤਰ੍ਹਾਂ ਦੂਸਰੇ ਦਾ ਕੀ ਆ ਗਿਆ, 2/3। ਹੁਣ ਅੱਗੇ ਜੇ ਧਿਆਨ ਨਾਲ ਵੇਖੋ, ਵਰਗਮੂਲ 3 ਅਤੇ ਵਰਗਮੂਲ 2 ਦੋਨਾਂ ਦਾ ਵਰਗਮੂਲ ਮੈਂ ਇਕੱਠਾ ਕਰਕੇ 3 ਅਤੇ 2 ਨੂੰ ਗੁਣਾ ਕਰਕੇ ਕੀ ਲਿਖ ਲਿਆ, 6। ਹੁਣ ਦੇਖੋ ਇੱਥੇ ਵਰਗਮੂਲ 2 ਆ, ਇੱਥੇ ਵਰਗਮੂਲ 3 ਹੈ, ਇਸ ਲਈ ਇਹ ਜੋੜ ਨਹੀਂ ਹੋ ਸਕਦੇ। ਇਹੀ ਤੁਹਾਡਾ ਆਨਸਰ ਆ ਗਿਆ। ਠੀਕ ਆ ਬੱਚੋ, ਸਮਝ ਲੱਗਦੀ ਜਾਂਦੀ। ਅਗਲਾ ਜਿਹੜਾ ਸਵਾਲ ਆ ਉਹਦੇ ਵਿੱਚ ਆ 3 ਜਮ੍ਹਾਂ ਵਰਗਮੂਲ 3, ਫਿਰ ਅਗਲੀ ਬ੍ਰੈਕਟ ਵਿੱਚ ਆ 3 - ਵਰਗਮੂਲ 3। ਮੈਂ ਤੁਹਾਨੂੰ ਇਸ ਤਰੀਕੇ ਨਾਲ ਹੀ ਕਰਵਾਇਆ ਕਿ ਪਹਿਲਾਂ ਪਹਿਲੇ ਅੱਖਰ ਦੇ ਨਾਲ ਗੁਣਾ ਕਰ ਲਓ, ਫਿਰ ਦੂਸਰੇ ਅੱਖਰ ਦੇ ਨਾਲ ਗੁਣਾ ਕਰ ਲਓ। ਪਹਿਲਾਂ ਪਹਿਲੇ ਅੱਖਰ ਦੇ ਨਾਲ ਗੁਣਾ ਕੀਤੀ, ਫਿਰ ਇਸੇ ਤਰ੍ਹਾਂ ਦੂਸਰੇ ਦੇ ਨਾਲ। 3 × 3 9 ਹੋ ਗਿਆ। 3/3 ਪਲੱਸ 3/3, ਅਤੇ ਫਿਰ ਇਹਨਾਂ ਦੋਨਾਂ ਉੱਪਰ ਵਰਗਮੂਲ ਸੀ, ਇਸ ਲਈ ਅਸੀਂ ਇਹਨਾਂ ਨੂੰ ਇਕੱਠੇ ਕਰਕੇ 3/3 ਲਿਖ ਲਿਆ। ਵਰਗਮੂਲ ਲੱਭਣਾ ਤੁਹਾਨੂੰ ਆਉਂਦਾ ਹੀ ਆ। 2 3 ਦੇ ਵਿੱਚੋਂ 1 3 ਬਾਹਰ ਆ ਗਿਆ, ਇਹ 9 -3/3 ਅਤੇ +3/3 ਇੱਕ ਦੂਜੇ ਦੇ ਨਾਲ ਕੱਟੇ ਗਏ, ਤਾਂ ਕਿੰਨਾ ਆ ਗਿਆ ਤੁਹਾਡਾ, 6 ਆਨਸਰ ਜਿਹੜਾ ਉਹ ਆ ਗਿਆ ਆ। ਆਪਾਂ 8ਵੀਂ ਦੇ ਵਿੱਚ ਇੱਕ ਹੋਰ ਤਰੀਕਾ ਵੀ ਕੀਤਾ ਸੀ
ਇਸ ਨੂੰ ਆਇਡੈਂਟਿਟੀ ਦੇ ਨਾਲ ਜਿਹੜੀ ਤੁਸੀਂ ਕੀਤੀ ਸੀ a + b ਇੰਟੂ a - b ਕਿਹਦੇ ਇਕੁਅਲ ਸੀ a² - b² ਦੇ। ਇੱਥੇ a ਦਾ ਮੁੱਲ 3 ਆ, b ਦਾ ਮੁੱਲ ਵਰਗਮੂਲ 3 ਆ, ਅਤੇ ਫਿਰ ਜਦੋਂ ਅਸੀਂ ਆਇਡੈਂਟਿਟੀ ਦੇ ਵਿੱਚ ਭਰਿਆ a² ਮਤਲਬ 3 ਦਾ ਸਕੁਅਰ, b² ਮਤਲਬ 3 ਵਰਗਮੂਲ 3 ਦਾ ਸਕੁਅਰ, ਕਿੰਨਾ ਆਇਆ ਇਹ ਤੁਹਾਡੇ ਕੋਲ 9 - 3। ਆਨਸਰ ਇਸ ਤਰੀਕੇ ਦੇ ਨਾਲ ਵੀ 6 ਆ ਜਾਏਗਾ। ਹਾਂਜੀ, ਅਗਲਾ ਸਵਾਲ ਆ ਬੇਟਾ ਤੁਹਾਡਾ ਵਰਗਮੂਲ 5 ਜਮਾ ਵਰਗਮੂਲ 2 ਹੋਲ ਸਕੁਅਰ। 8ਵੀਂ ਦੇ ਵਿੱਚ ਤੁਸੀਂ ਹੋਲ ਸਕੁਅਰ ਵਾਲੀ ਆਇਡੈਂਟਿਟੀ ਯਾਦ ਕੀਤੀ ਸੀ a + b ਦਾ ਹੋਲ ਸਕੁਅਰ ਕਿਹਦੇ ਇਕੁਅਲ ਸੀ a² + b² + 2ab। ਹੁਣ a ਦਾ ਮੁੱਲ ਜਿਹੜਾ ਆ ਉਹ ਤੁਹਾਡੇ ਕੋਲ ਕਿੰਨਾ ਆ ਵਰਗਮੂਲ 5 ਅਤੇ b ਦਾ ਮੁੱਲ ਜਿਹੜਾ ਆ ਉਹ ਤੁਹਾਡੇ ਕੋਲ ਕਿੰਨਾ ਆ ਵਰਗਮੂਲ 2। a² ਵਰਗਮੂਲ 5 ਦਾ ਸਕੁਅਰ, b² ਵਰਗਮੂਲ 2 ਦਾ ਸਕੁਅਰ ਪਲੱਸ 2 ਗੁਣਾ a ਗੁਣਾ b। ਇਹਨੂੰ ਹੱਲ ਕੀਤਾ ਵਰਗਮੂਲ 5 ਤੇ ਤੁਹਾਨੂੰ ਪਤਾ ਹੀ ਆ ਉੱਪਰ ਵਰਗ ਆ ਅਤੇ ਵਰਗਮੂਲ ਕੱਟਿਆ ਗਿਆ ਅਤੇ ਤੁਹਾਡੇ ਕੋਲ ਕਿੰਨਾ ਆ ਗਿਆ 5, ਅਤੇ ਦੂਸਰੇ ਦੇ ਵਿੱਚ ਇਸੇ ਤਰ੍ਹਾਂ 2, ਅਤੇ ਫਿਰ ਇੱਥੇ ਤੁਹਾਡੇ ਕੋਲ ਆ ਗਿਆ 2 ਵਰਗਮੂਲ 10, ਅਤੇ ਆਨਸਰ ਤੁਹਾਡਾ ਕਿੰਨਾ ਆ ਗਿਆ 7 ਜਮਾ 2 ਵਰਗਮੂਲ 10। ਅੱਛਾ ਬੱਚੋ, ਮੈਂ ਇਹਦੇ ਨਾਲ ਦੇ ਕੁਝ ਸਵਾਲ ਤੁਹਾਨੂੰ ਹੋਮਵਰਕ ਦੇ ਤੌਰ 'ਤੇ ਦੇ ਰਹੀ ਹਾਂ। 2 ਵਜੇ ਤੱਕ ਤੁਸੀਂ ਹੱਲ ਕਰਕੇ ਮੈਨੂੰ ਉਹ ਪਿਕ ਸੈਂਡ ਕਰ ਦੇਣੀ ਆ। ਥੈਂਕ ਯੂ।